Hello students, in this lecture we will continue second chapter of 11th class history, writing and city life. For better understanding, you should open your history book before you. Page number is 43. The palace at Mari of King Jimrilim, ਜੋ ਬਹੁਤ ਵੱਡਾ ਪੈਲੇਸ ਸੀ ਮਾਰੀ ਵਿੱਚ, ਇਹ ਸ਼ਾਹੀ ਫੈਮਿਲੀ ਦਾ ਘਰ ਸੀ। ਐਡਮਿਨਿਸਟ੍ਰੇਸ਼ਨ ਦਾ ਮੇਨ ਹੱਬ ਸੀ ਇਹ। ਇੱਥੇ ਪ੍ਰੋਡਕਸ਼ਨ ਵੀ ਹੁੰਦਾ ਸੀ ਤੇ ਨਾਲ ਹੀ ਨਾਲ ਮੈਟਲ ਦੇ ਕੀਮਤੀ ਔਰਨਾਮੈਂਟਸ ਵੀ ਇੱਥੇ ਬਣਾਏ ਜਾਂਦੇ ਸਨ। ਇਹ ਆਪਣੇ ਸਮੇਂ ਵਿੱਚ ਇੰਨਾ ਫੇਮਸ ਸੀ ਕਿ ਇੱਕ ਵਾਰ ਇੱਕ ਨਾਰਥ ਸੀਰੀਆ ਦਾ ਛੋਟਾ ਜਿਹਾ ਰਾਜਾ ਇੱਥੇ ਆਇਆ ਕੇਵਲ ਇਹ ਸਭ ਦੇਖਣ ਦੇ ਲਈ ਹੀ, ਤੇ ਆਪਣੇ ਨਾਲ ਮਾਰੀ ਦੇ ਰਾਇਲ ਕਿੰਗ ਦੇ ਜੋ ਕਿੰਗ ਸੀ ਮਾਰੀ ਦੇ ਰਾਇਲ ਕਿੰਗ ਜਿਮਰੀਲਿਮ, ਉਹਨਾਂ ਦੇ ਨਾਮ ਤੇ ਕਿਸੇ ਫਰੈਂਡ ਤੋਂ ਇੱਕ ਇੰਟਰੋਡਕਸ਼ਨ ਦਾ ਲੈਟਰ ਵੀ ਨਾਲ ਲੈ ਕੇ ਆਇਆ ਉਹ, ਤਾਂ ਜੋ ਮਾਰੀ ਦਾ ਕਿੰਗ ਸੀ ਉਸ ਨੂੰ ਉਹ ਮਿਲ ਸਕੇ। ਜੋ ਡੇਲੀ ਦੀਆਂ ਲਿਸਟਸ ਮਿਲੀਆਂ ਹਨ ਉਹਨਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿੰਨੀ ਵੱਡੀ ਮਾਤਰਾ ਵਿੱਚ ਖਾਣਾ ਹਰ ਰੋਜ਼ ਰਾਜਾ ਦੇ ਟੇਬਲ ਤੇ ਲਗਾਇਆ ਜਾਂਦਾ ਸੀ, ਜਿਸ ਵਿੱਚ ਫਲੋਰ, ਬ੍ਰੈਡ, ਮੀਟ, ਫਿਸ਼, ਫਰੂਟ, ਬੀਰ ਅਤੇ ਵਾਈਨ, ਇੰਨੀਆਂ ਚੀਜ਼ਾਂ ਰਾਜਾ ਦੇ ਟੇਬਲ ਉੱਤੇ ਰੱਖੀਆਂ ਜਾਂਦੀਆਂ ਸਨ। ਉਹ ਸ਼ਾਇਦ ਕਈ ਹੋਰ ਲੋਕਾਂ ਦੀ ਕੰਪਨੀ ਵਿੱਚ, ਮੀਨਿੰਗ ਕਈ ਹੋਰ ਲੋਕਾਂ ਦੇ ਨਾਲ ਹੀ ਸ਼ਾਇਦ ਮਿਲ ਕੇ ਖਾਂਦੇ ਸਨ, ਚਾਹੇ ਉਹ ਕੋਰਟਯਾਰਡ ਦੇ ਅੰਦਰ ਹੋਣ ਜਾਂ ਬਾਹਰ। 106 ਕੋਰਟਯਾਰਡ ਬਿਲਕੁਲ ਵਾਈਟ ਕਲਰ ਵਿੱਚ ਸਜਾਏ ਜਾਂਦੇ ਸਨ। ਇਹ ਜੋ 106 ਮੈਂ ਕਹਿ ਰਿਹਾ, ਇਹ ਅਲੱਗ-ਅਲੱਗ ਜੋ ਰੂਮਸ ਸਨ ਜਾਂ ਅਲੱਗ-ਅਲੱਗ ਏਰੀਆ ਸੀ ਉਹਨਾਂ ਦੇ ਨੰਬਰ ਸਨ। ਇਹ ਜਿਵੇਂ ਹੁਣ 106 ਕਿਹਾ ਗਿਆ ਹੈ, ਇਹ ਕੀ ਹੈ, ਜੋ ਬਾਹਰ ਦਾ ਕੋਰਟਯਾਰਡ ਸੀ ਉਹਨਾਂ ਦਾ, ਉਸ ਦਾ ਨੰਬਰ ਕੀ ਸੀ, 106 ਸੀ। ਬਿਲਕੁਲ ਵਾਈਟ ਕਲਰ ਵਿੱਚ ਇਹ ਸਜਾਏ ਜਾਂਦੇ ਜਦ ਵੀ ਰਾਜਾ ਚਾਹੇ ਅੰਦਰ ਹੁੰਦੇ ਚਾਹੇ ਕੋਰਟਯਾਰਡ ਤੋਂ ਬਾਹਰ ਹੁੰਦੇ। ਤੁਸੀਂ ਨੋਟਿਸ ਕਰੋਗੇ ਕਿ ਜੋ ਪਲਾਨ ਦਿੱਤਾ ਹੋਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਕੇਵਲ ਇੱਕ ਹੀ ਐਂਟਰੈਂਸ ਸੀ ਨਾਰਥ ਸਾਈਡ ਦੇ ਵਿੱਚ, ਜੋ ਕਿ ਮਹਿਲ ਦੇ ਵਿੱਚ ਐਂਟਰ ਹੋਣ ਦੇ ਲਈ ਇੱਕ ਹੀ ਐਂਟਰੈਂਸ ਸੀ ਜੋ ਨਾਰਥ ਸਾਈਡ ਵਿੱਚ ਸੀ। ਜੋ ਵੱਡਾ ਕੋਰਟਯਾਰਡ ਸੀ ਉਸ ਦਾ ਨੰਬਰ 131 ਸੀ। ਉਸ ਦਾ ਰਸਤਾ ਬਹੁਤ ਵਧੀਆ ਬਣਾਇਆ ਹੋਇਆ ਸੀ। ਜੋ ਵਿਦੇਸ਼ਾਂ ਤੋਂ ਰਾਜਾ ਨੂੰ ਲੋਕ ਮਿਲਣ ਆਉਂਦੇ ਤੇ ਉਸਦੇ ਆਪਣੇ ਲੋਕ ਰਾਜਾ ਨੂੰ 132 ਨੰਬਰ ਰੂਮ ਵਿੱਚ ਮਿਲਦੇ ਸਨ, ਜਿੱਥੇ ਵਾਲ ਪੇਂਟਿੰਗ ਬਹੁਤ ਸੁੰਦਰ ਲੱਗੀਆਂ ਹੋਈਆਂ ਸਨ, ਜਿਨ੍ਹਾਂ ਨੂੰ ਵੇਖ ਕੇ ਉਹ ਹੈਰਾਨ ਰਹਿ ਜਾਂਦੇ। ਇਹ ਜੋ ਨੰਬਰਸ ਉੱਪਰ ਦਿਖਾਏ ਗਏ ਹਨ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਇਹ ਕੀ ਦਰਸਾ ਰਹੇ ਹਨ ਕਿ ਅਸੀਂ ਕਿਸ ਰੂਮ ਦੀ ਗੱਲ ਕਰ ਰਹੇ ਹਾਂ, ਉਹਨਾਂ ਬਾਰੇ ਸਾਨੂੰ ਪਤਾ ਲੱਗਦਾ ਹੈ ਇਹਨਾਂ ਤੋਂ, ਜਾਂ ਕਿਸ ਏਰੀਆ ਦੀ ਗੱਲ ਕਰ ਰਹੇ ਹਾਂ। ਇਹ ਜੋ ਪੈਲੇਸ ਸੀ ਇਹ ਇੰਨਾ ਵੱਡਾ ਸਟਰਕਚਰ ਸੀ ਕਿ ਇਸ ਵਿੱਚ 206 ਕਮਰੇ ਸੀ ਤੇ ਇਹ 2.4 ਹੈਕਟੇਅਰ ਏਰੀਆ ਵਿੱਚ ਫੈਲਿਆ ਹੋਇਆ ਸੀ। ਜੋ ਵੀ ਰਾਜੇ ਸੀ ਮਾਰੀ ਦੇ, ਉਹ ਬੜੇ ਚੁਕੰਨੇ ਰਹਿੰਦੇ ਸੀ। ਅਲੱਗ-ਅਲੱਗ ਟ੍ਰਾਈਬ ਦੇ ਚਰਵਾਹੇ ਕਿੰਗਡਮ ਵਿੱਚ ਆਉਂਦੇ ਜਾਂਦੇ ਰਹਿੰਦੇ ਸੀ, ਪਰ ਉਹਨਾਂ ਸਭ ਉੱਤੇ ਨਜ਼ਰ ਰੱਖੀ ਜਾਂਦੀ ਸੀ। ਇਹਨਾਂ ਚਰਵਾਹਿਆਂ ਦੇ ਕੈਂਪਸ ਦਾ ਜ਼ਿਕਰ ਉਹਨਾਂ ਲੈਟਰਸ ਵਿੱਚ ਵਾਰ-ਵਾਰ ਕੀਤਾ ਗਿਆ ਹੈ, ਜੋ ਵੀ ਲੈਟਰਸ ਕਿੰਗਸ ਤੇ ਆਫੀਸਰਸ ਦੇ ਵਿਚਕਾਰ ਲਿਖੇ ਗਏ ਸੀ। ਇੱਕ ਲੈਟਰ ਵਿੱਚ ਇੱਕ ਆਫੀਸਰ ਨੇ ਰਾਜਾ ਨੂੰ ਲਿਖਿਆ ਹੈ ਕਿ ਵਾਰ-ਵਾਰ ਉਸ ਨੂੰ ਇਹ ਲੱਗ ਰਿਹਾ ਹੈ ਕਿ ਅੱਗ ਦੁਆਰਾ ਸਿਗਨਲ ਦਿੱਤਾ ਜਾ ਰਿਹਾ ਹੈ, ਜੋ ਕਿ ਇੱਕ ਕੈਂਪ ਤੋਂ ਦੂਜੇ ਕੈਂਪ ਨੂੰ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਲੋਕ ਸ਼ਾਇਦ ਕਿਸੇ ਰੇਡ ਜਾਂ ਅਟੈਕ ਦਾ ਪਲਾਨ ਬਣਾ ਰਹੇ ਹਨ। ਅਸੀਂ ਮਾਰੀ ਨੂੰ ਅਰਬਨ ਸਟੇਟ ਦਾ ਇੱਕ ਚੰਗਾ ਕੇਂਦਰ ਮੰਨ ਸਕਦੇ ਹਾਂ, ਜਿੱਥੇ ਵਪਾਰ ਕਾਫੀ ਵੱਧ ਫੁੱਲ ਰਿਹਾ ਸੀ। ਇਹ ਯੂਫਰੇਟਸ ਨਦੀ ਦੀ ਜੋ ਵਪਾਰ ਦੇ ਲਈ ਬਿਲਕੁਲ ਸਹੀ ਪੋਜੀਸ਼ਨ ਸੀ, ਉੱਥੇ ਲੋਕੇਟਡ ਸੀ। ਬਹੁਤ ਵਧੀਆ ਪੋਜੀਸ਼ਨ ਤੇ ਇਹ ਲੋਕੇਟਡ ਸੀ ਯੂਫਰੇਟ ਨਦੀ ਦੇ, ਜਿੱਥੋਂ ਵਪਾਰ ਬਹੁਤ ਹੀ ਵੱਧ ਫੁੱਲ ਸਕਦਾ ਸੀ। ਹੁਣ ਇਹ ਵਪਾਰ ਭਾਵੇਂ ਵੁੱਡ ਦਾ ਹੋਵੇ, ਕਾਪਰ ਦਾ ਹੋਵੇ, ਟਿਨ ਦਾ ਹੋਵੇ, ਆਇਲ, ਵਾਈਨ ਜਾਂ ਫਿਰ ਹੋਰ ਅਲੱਗ-ਅਲੱਗ ਚੀਜ਼ਾਂ ਦਾ ਹੋਵੇ, ਜੋ ਬੋਟਸ ਦੁਆਰਾ ਯੂਫਰੇਟਸ ਨਦੀ ਦੁਆਰਾ ਲਿਜਾਈਆਂ ਜਾਂਦੀਆਂ ਸੀ। ਇਹ ਜੋ ਬੋਟਸ ਹੁੰਦੀਆਂ ਸੀ ਨਾ, ਯੂਫਰੇਟਸ ਨਦੀ ਦੁਆਰਾ ਇਹ ਲਿਜਾਈਆਂ ਜਾਂਦੀਆਂ ਸੀ। ਸਾਊਥ ਅਤੇ ਮਿਨਰਲ ਰਿਚ ਜੋ ਅਪਲੈਂਡ ਸਨ, ਜੋ ਤੁਰਕੀ, ਸੀਰੀਆ ਤੇ ਲਿਬਨਾਨ ਦੇ ਜੋ ਇਲਾਕੇ ਸੀ ਨਾ, ਉਹਨਾਂ ਵਿੱਚ ਲਿਜਾਏ ਜਾਂਦੇ ਸੀ। ਇਹ ਬੋਟਸ ਦੁਆਰਾ ਲਿਜਾਏ ਜਾਂਦੇ ਸੀ ਯੂਫਰੇਟਸ ਨਦੀ ਦੁਆਰਾ, ਅਤੇ ਬੋਟਸ ਦੁਆਰਾ ਇਹ ਸਾਰੀਆਂ ਚੀਜ਼ਾਂ ਤੁਰਕੀ, ਸੀਰੀਆ ਤੇ ਲਿਬਨਾਨ ਦੇ ਜੋ ਇਲਾਕੇ ਸਨ ਉਹਨਾਂ ਵਿੱਚ ਲਿਜਾਈਆਂ ਜਾਂਦੀਆਂ ਸੀ। ਮਾਰੀ ਸਟੇਟ ਇਸੇ ਕਰਕੇ ਹੀ ਬਹੁਤ ਵਧੀਆ ਤਰੀਕੇ ਨਾਲ ਤਰੱਕੀ ਕਰ ਰਿਹਾ ਸੀ, ਕਿਉਂਕਿ ਇਹ ਬਹੁਤ ਹੀ ਵਧੀਆ ਇੱਕ ਪੋਜੀਸ਼ਨ ਉੱਤੇ ਸਥਿਤ ਸੀ। ਜੋ ਬੋਟਸ
ਗ੍ਰਿੰਡਿੰਗ ਸਟੋਨਸ, ਵੁੱਡ, ਵਾਈਨ ਤੇ ਆਇਲ ਜਾਰਸ ਲੈ ਕੇ ਜਾਂਦੀਆਂ ਹੁੰਦੀਆਂ ਸੀ ਸਾਊਦਰਨ ਸਿਟੀਜ਼ ਵੱਲ। ਉਹ ਰਸਤੇ ਵਿੱਚ ਮਾਰੀ ਵਿੱਚ ਰੁਕਦੀਆਂ। ਜੋ ਆਫੀਸਰਸ ਹੁੰਦੇ ਸੀ ਇਸ ਟਾਊਨ ਦੇ, ਉਹ ਜਾਂਚ ਕਰਦੇ ਸੀ ਕਾਰਗੋ ਦੀ। ਕਾਰਗੋ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ? ਕਾਰਗੋ ਇੱਕ ਸਿੰਗਲ ਰੀਵਰ ਬੋਟ ਹੁੰਦੀ ਹੈ ਜਿਸ ਵਿੱਚ 300 ਵਾਈਨ ਜਾਰਸ ਰੱਖੇ ਜਾ ਸਕਦੇ ਸਨ, ਤੇ ਆਫੀਸਰਸ ਇਹਨਾਂ ਦੀ ਜਾਂਚ ਕਰਦੇ, ਇਹਨਾਂ ਕਾਰਗੋ ਦੀ, ਮੀਨ ਛੋਟੀਆਂ ਜੋ ਬੋਟਸ ਹੁੰਦੀਆਂ ਸੀ ਸਿੰਗਲ ਨਦੀ ਵਾਲੀਆਂ, ਤੇ ਇਹਨਾਂ ਦੀ ਜਾਂਚ ਕਰਦੇ। ਉਹ ਆਫੀਸਰਸ ਇਹਨਾਂ ਤੋਂ ਕਰ ਵੀ ਲੈਂਦੇ ਹੁੰਦੇ ਸਨ। ਇਹਨਾਂ ਦੀ ਜਾਂਚ ਕਰਦੇ ਅਤੇ ਕਰ ਲੈਂਦੇ। ਕਰ ਕਿੰਨਾ ਲੈਂਦੇ ਸਨ? 10ਵਾਂ ਹਿੱਸਾ। ਜਿੰਨੀ ਕੀਮਤ ਦਾ ਉਹ ਸਮਾਨ ਲੈ ਕੇ ਜਾ ਰਹੀਆਂ ਹੁੰਦੀਆਂ ਸਨ ਨਾ, ਉਹਨਾਂ ਦਾ 10ਵਾਂ ਹਿੱਸਾ ਉਹ ਕਰ ਦੇ ਰੂਪ ਵਿੱਚ ਲੈ ਲੈਂਦੇ। ਫਿਰ ਉਹ ਬੋਟਸ ਨੂੰ ਅੱਗੇ ਜਾਣ ਦੀ ਆਗਿਆ ਦਿੰਦੇ। ਬਾਰਲੇ, ਜਿਨ੍ਹਾਂ ਨੂੰ ਅਸੀਂ ਜੌਂ ਕਹਿੰਦੇ ਹਾਂ, ਬਹੁਤ ਹੀ ਸਪੈਸ਼ਲ ਕਿਸਮ ਦੀਆਂ ਗ੍ਰੇਨ ਬੋਟਸ ਵਿੱਚ ਆਉਂਦਾ ਸੀ। ਉਹ ਜੋ ਟੈਬਲੇਟ ਸਨ ਜੋ ਕਾਪਰ ਨੂੰ ਰੈਫਰ ਕਰਦੇ ਸੀ, ਜਿਨ੍ਹਾਂ ਟੈਬਲੇਟਸ ਤੋਂ ਸਾਨੂੰ ਕਾਪਰ ਵਗੈਰਾ ਬਾਰੇ ਪਤਾ ਲੱਗਿਆ, ਜੋ ਐਲਾਸ਼ੀਆ ਤੋਂ ਆਉਂਦਾ ਸੀ। ਐਲਾਸ਼ੀਆ ਇੱਕ ਆਈਲੈਂਡ ਸੀ ਸਾਈਪਰਸ ਦਾ, ਜੋ ਕਿ ਆਪਣੇ ਕਾਪਰ ਕਰਕੇ ਮਸ਼ਹੂਰ ਸੀ, ਤੇ ਟਿਨ ਵੀ ਇੱਕ ਟ੍ਰੇਡ ਦੀ ਆਈਟਮ ਬਣ ਚੁੱਕਾ ਸੀ ਇਸ ਸਮੇਂ। ਕਾਪਰ ਅਤੇ ਟਿਨ, ਇਹ ਕੀ ਹੈ, ਪੂਰੇ ਟ੍ਰੇਡ ਦੀਆਂ ਕੀ ਹੈ, ਇਹ ਮਸ਼ਹੂਰ ਆਈਟਮਸ ਬਣ ਚੁੱਕੀਆਂ ਸੀ। ਕਿਸ ਚੀਜ਼ ਤੋਂ ਇਹਦੇ ਬਾਰੇ ਸਾਨੂੰ ਪਤਾ ਲੱਗਦਾ? ਉਹਨਾਂ ਟੈਬਲੇਟਸ ਤੋਂ ਪਤਾ ਲੱਗਦਾ ਹੈ, ਕਾਪਰ ਬਾਰੇ ਜਾਂ ਟਿਨ ਬਾਰੇ, ਜੋ ਕੀ ਹੈ ਐਲਾਸ਼ੀਆ ਤੋਂ ਆਉਂਦਾ ਹੁੰਦਾ ਸੀ। ਉਹਨਾਂ ਟੈਬਲੇਟਸ ਦੇ ਵਿੱਚ ਜੋ ਕੁਝ ਮਿਲੀਆਂ ਹਨ ਟੈਬਲੇਟਸ, ਉਹਨਾਂ ਤੇ ਇਸ ਚੀਜ਼ ਦਾ ਜ਼ਿਕਰ ਹੈ। ਇਸ ਨਾਲ ਸੰਬੰਧਿਤ ਟੈਬਲੇਟਸ ਜੋ ਮਿਲੇ ਹਨ ਉਹ ਕਾਫੀ ਮਹੱਤਵਪੂਰਨ ਮੰਨੇ ਜਾਂਦੇ ਹਨ। ਬ੍ਰੌਂਜ਼ ਇੱਕ ਅਜਿਹਾ ਇੰਡਸਟਰੀਅਲ ਮੈਟੀਰੀਅਲ ਸੀ ਜੋ ਟੂਲਸ ਤੇ ਵੈਪਨਸ ਦੋਵਾਂ ਲਈ ਵਰਤਿਆ ਜਾਂਦਾ ਸੀ, ਤੇ ਇਸ ਦੇ ਵਪਾਰ ਦੀ ਵੀ ਖਾਸ ਤੌਰ ਤੇ ਬਹੁਤ ਜ਼ਿਆਦਾ ਮਹੱਤਤਾ ਸੀ। ਇਸ ਤਰ੍ਹਾਂ ਭਾਵੇਂ ਮਾਰੀ ਰਾਜ ਸੈਨਿਕ ਤੌਰ ਤੇ ਬਹੁਤਾ ਸਟਰੋਂਗ ਨਹੀਂ ਸੀ, ਪਰ ਫਿਰ ਵੀ ਇਹ ਕਾਫੀ ਧਨਵਾਨ ਸੀ ਤੇ ਕਾਫੀ ਤਰੱਕੀ ਕਰ ਰਿਹਾ ਸੀ। ਨੈਕਸਟ ਪੁਆਇੰਟ, ਐਕਸਕੇਵੇਟਿੰਗ ਮੈਸੋਪੋਟਾਮੀਅਨ ਟਾਊਨਸ। ਮੈਸੋਪੋਟਾਮੀਅਨ ਟਾਊਨ ਦੀ ਖੁਦਾਈ। ਅੱਜ ਦੇ ਜੋ ਮੈਸੋਪੋਟਾਮੀਅਨ ਐਕਸਕੇਵੇਟਰਸ ਹਨ, ਭਾਵ ਜੋ ਲੋਕ ਖੁਦਾਈ ਕਰਦੇ ਹਨ, ਅੱਜ ਜੋ ਖੁਦਾਈ ਕਰਦੇ ਹਨ, ਉਹਨਾਂ ਦਾ ਜੋ ਚੀਜ਼ਾਂ ਲੱਭਣ ਦਾ ਤਰੀਕਾ ਹੈ ਉਹ ਕਿਤੇ ਜ਼ਿਆਦਾ ਉਹ ਕੀ ਹੈ, ਐਕੂਰੇਟ ਹੈ, ਪਰਫੈਕਟ ਹੈ, ਕਿਉਂਕਿ ਪਹਿਲੇ ਜ਼ਮਾਨੇ ਦੇ ਮੁਕਾਬਲੇ ਜ਼ਿਆਦਾ ਤਕਨੀਕਾਂ ਦਾ ਇਸਤੇਮਾਲ ਹੁੰਦਾ ਹੈ ਹੁਣ। ਪਹਿਲਾਂ ਇੰਨੀਆਂ ਤਕਨੀਕਾਂ ਦਾ ਇਸਤੇਮਾਲ ਨਹੀਂ ਹੁੰਦਾ ਸੀ, ਅੱਜ ਕੱਲ੍ਹ ਜ਼ਿਆਦਾ ਟੈਕਨੀਕਸ ਦਾ ਇਸਤੇਮਾਲ ਹੋਣ ਲੱਗ ਗਿਆ। ਚੰਗੀ ਤਰ੍ਹਾਂ ਹਰ ਇੱਕ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਵੱਡੇ ਵੱਡੇ ਏਰੀਆਜ਼ ਨੂੰ ਖੋਦਿਆ ਗਿਆ, ਜਿਵੇਂ ਕਿ ਉਰ ਨੂੰ ਖੋਦਿਆ ਗਿਆ। ਕਈ ਆਰਕੋਲੋਜਿਸਟ ਕੋਲ ਇੰਨਾ ਫੰਡ ਹੁੰਦਾ ਹੈ ਕਿ ਉਹ ਇੱਕ ਵੱਡੀ ਟੀਮ ਆਰਕੋਲੋਜਿਸਟ ਦੀ ਤਿਆਰ ਕਰ ਸਕਦੇ ਹਨ। ਇਸੇ ਕਰਕੇ ਜੋ ਡਾਟਾ ਅਸੀਂ ਅੱਜ ਪ੍ਰਾਪਤ ਕਰ ਰਹੇ ਹਾਂ, ਉਸ ਨੂੰ ਪ੍ਰਾਪਤ ਕਰਨ ਦਾ ਢੰਗ ਹੀ ਬਦਲ ਗਿਆ ਹੈ। ਹੁਣ ਆਪਾਂ ਇੱਕ ਛੋਟੇ ਜਿਹੇ ਟਾਊਨ ਦੀ ਗੱਲ ਕਰਦੇ ਹਾਂ, ਜਿਸ ਦਾ ਨਾਮ ਕੀ ਸੀ? ਅਬੂ ਸਲਾਬਿਕ ਉਸ ਦਾ ਨਾਮ ਸੀ। ਇਹ ਲਗਭਗ 10,000 ਹੈਕਟੇਅਰ ਏਰੀਆ ਵਿੱਚ ਫੈਲਿਆ ਹੋਇਆ ਸੀ ਤੇ 2500 BC ਵਿੱਚ ਸੀ ਇਹ, ਤੇ ਇਸ ਦੀ ਆਬਾਦੀ 10,000 ਤੋਂ ਵੀ ਘੱਟ ਸੀ। ਬਾਹਰ ਦੀਆਂ ਦੀਵਾਰਾਂ ਬਾਰੇ ਪਤਾ ਲਗਾਉਣ ਲਈ ਉਸ ਦੇ ਸਰਫੇਸ ਨੂੰ ਖੁਰਚਿਆ ਗਿਆ। ਇਸ ਵਿੱਚ ਕੀ ਹੈ, ਇਹ ਸੀ ਕਿ ਜੋ ਕੁਝ ਮਿਲੀਮੀਟਰ ਕੋਈ ਮਾਊਂਡ ਜਿਹਾ, ਕੋਈ ਟਿੱਲਾ ਜਿਹਾ ਕੋਈ ਬਣਿਆ ਹੁੰਦਾ, ਕੋਈ ਉਭਾਰ ਜਿਹਾ ਬਣਿਆ ਹੁੰਦਾ, ਉਸ ਨੂੰ ਕੁਝ ਮਿਲੀਮੀਟਰ ਤੱਕ, ਜਦ ਕੋਈ ਟਿੱਲਾ ਮਿਲ ਜਾਂਦਾ ਨਾ, ਕੁਝ ਮਿਲੀਮੀਟਰ ਤੱਕ ਉਸ ਨੂੰ ਖੋਦਿਆ ਜਾਂਦਾ। ਇਹ ਤਿੱਖੀਆਂ ਕਹੀਆਂ ਵਗੈਰਾ ਨਾਲ ਜਾਂ ਹੋਰ ਟੂਲਸ ਵਗੈਰਾ ਨਾਲ ਉਸ ਨੂੰ ਖੋਦਿਆ ਜਾਂਦਾ, ਜਿੱਥੇ ਵੀ ਕੋਈ ਮਾਊਂਡ ਵਗੈਰਾ ਕੋਈ ਮਿਲਦਾ। ਜੇਕਰ ਹੁਣ ਹੇਠਲੀ ਮਿੱਟੀ ਵਿੱਚ ਥੋੜੀ ਜਿਹੀ ਵੀ ਨਮੀ ਹੁੰਦੀ, ਭਾਵ ਉਹ ਥੋੜੀ ਜਿਹੀ ਵੀ ਗਿੱਲੀ ਹੁੰਦੀ, ਤਾਂ ਆਰਕੋਲੋਜਿਸਟ ਤੁਰੰਤ ਅਲੱਗ-ਅਲੱਗ ਕਲਰਸ, ਟੈਕਸਚਰ ਜਾਂ ਲਾਈਨਸ ਹਨ, ਬ੍ਰਿਕਸ ਵਾਲਸ ਦੀਆਂ ਜੋ ਲਾਈਨਸ ਹੁੰਦੀਆਂ ਹਨ, ਜਾਂ ਪਿਟਸ ਵਗੈਰਾ ਹਨ, ਜਾਂ ਕੋਈ ਹੋਰ ਫੀਚਰਸ ਹਨ, ਉਹਨਾਂ ਬਾਰੇ ਉਹ ਚੰਗੀ ਤਰ੍ਹਾਂ ਪਤਾ ਕਰ ਲੈਂਦੇ। ਕੁਝ ਘਰ ਜੋ ਮਿਲੇ ਹਨ ਉਹਨਾਂ ਨੂੰ ਖੋਦ ਕੇ ਕੱਢਿਆ ਗਿਆ ਹੈ। ਕਈ ਵਾਰ ਆਰਕੋਲੋਜਿਸਟ ਨੂੰ ਬਹੁਤ ਡੂੰਘਾ ਪੁੱਟਣਾ ਪੈਂਦਾ ਹੈ ਤਾਂ ਕਿ ਪਲਾਂਟਸ ਤੇ ਐਨੀਮਲ ਦੇ ਜੋ ਰਿਮੇਨਸ ਹਨ ਉਹ ਮਿਲ ਜਾਣ, ਤੇ ਇਸ ਪ੍ਰੋਸੈਸ ਵਿੱਚ ਉਹਨਾਂ ਨੂੰ ਕਈ ਕਿਸਮ ਦੇ ਜਾਨਵਰਾਂ ਤੇ ਪੌਦਿਆਂ ਬਾਰੇ ਵੀ ਪਤਾ ਲੱਗਿਆ, ਤੇ ਵੱਡੀ ਮਾਤਰਾ ਵਿੱਚ ਜਲੀਆਂ ਹੋਈਆਂ ਮੱਛੀਆਂ ਦੀਆਂ ਹੱਡੀਆਂ ਵੀ ਮਿਲੀਆਂ ਜੋ ਕਿ ਸਟਰੀਟਸ ਵਿੱਚ ਸੁੱਟ ਦਿੱਤੀਆਂ ਗਈਆਂ ਹੋਣਗੀਆਂ। ਜੋ ਪਲਾਂਟਸ ਦੇ ਸੀਡਸ ਜਾਂ ਫਾਈਬਰ ਰਿਮੇਨਸ ਮਿਲੇ ਹਨ, ਜਾਂ ਗੋਬਰ ਮਿਲਿਆ ਹੈ ਜੋ ਈਂਧਣ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੋਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਕਿਚਨਸ ਵਗੈਰਾ ਵੀ ਹੋਣਗੇ। ਲਿਵਿੰਗ ਰੂਮ ਦੇ ਬਹੁਤ ਘੱਟ ਨਿਸ਼ਾਨ ਮਿਲੇ ਹਨ।
ਕਿਉਂਕਿ ਉਹਨਾਂ ਨੂੰ ਬਹੁਤ ਹੀ ਛੋਟੇ-ਛੋਟੇ ਸੂਰਾਂ ਦੇ ਹੁਣ ਦੰਦ ਵੀ ਮਿਲੇ ਹਨ। ਜੋ ਸੂਰਾਂ ਦੇ ਬੱਚੇ ਹੁੰਦੇ ਹਨ ਉਹਨਾਂ ਦੇ ਦੰਦ ਮਿਲੇ ਹਨ ਗਲੀਆਂ ਵਿੱਚੋਂ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਪਿਗਸ ਆਰਾਮ ਨਾਲ ਮੈਸੋਪੋਟਾਮੀਅਨ ਟਾਊਨ ਵਿੱਚ ਘੁੰਮਦੇ ਹੋਣਗੇ। ਇੱਕ ਹਾਊਸ ਬਰੀਅਲ ਵੀ ਮਿਲਿਆ ਹੈ ਜਿਸ ਵਿੱਚ ਕੁਝ ਪਿਗ ਬੋਨਸ ਮਿਲੀਆਂ ਹਨ। ਉਹ ਘਰ ਦੇ ਵਿੱਚ ਹੀ ਇਹ ਬਰੀਅਲ ਬਣਿਆ ਹੋਇਆ ਸੀ, ਕਬਰ ਬਣੀ ਹੋਈ ਸੀ, ਜਿਸ ਵਿੱਚੋਂ ਕੀ ਮਿਲੀਆਂ ਹਨ, ਸੂਰ ਦੀਆਂ ਹੱਡੀਆਂ ਮਿਲੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਜਿਸ ਵਿਅਕਤੀ ਨੂੰ ਉੱਥੇ ਦੱਬਿਆ ਗਿਆ ਹੋਵੇਗਾ ਉਸ ਦੇ ਨਾਲ ਕੁਝ ਪਿਗ ਮੀਟ ਵੀ ਰੱਖਿਆ ਗਿਆ ਹੋਵੇਗਾ ਤਾਂ ਕਿ ਉਸ ਨੂੰ ਅਗਲੇ ਜਨਮ ਵਿੱਚ ਖਾਣ ਨੂੰ ਮਿਲ ਸਕੇ। ਇਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਸੀ। ਆਰਕੀਓਲੋਜਿਸਟ ਬੜੀ ਬਾਰੀਕੀ ਨਾਲ ਰੂਮ ਫਲੋਰਸ ਦੀ ਸਟੱਡੀ ਕਰਦੇ ਹਨ ਤਾਂ ਕਿ ਉਹ ਪਤਾ ਕਰ ਸਕਣ ਕਿ ਕਿਹੜੇ ਫਲੋਰ ਦੇ ਉੱਪਰ ਛੱਤ ਸੀ ਅਤੇ ਕਿਹੜੇ ਉੱਪਰ ਨਹੀਂ ਸੀ, ਕਿ ਉਸ ਉੱਪਰ ਪਾਪੂਲਰ ਦੀ ਕੋਈ ਲੱਕੜੀ ਸੀ ਜਾਂ ਪਾਲਮ ਲੀਵ ਸਨ ਜਾਂ ਸਟਰਾ ਲੱਗੀ ਹੋਈ ਸੀ ਜਾਂ ਕਿਹੜੇ ਖੁੱਲੇ ਕਮਰੇ ਸਨ, ਵੀ ਕੋਈ ਵੀ ਛੱਤ ਜਿਨ੍ਹਾਂ ਉੱਪਰ ਨਹੀਂ ਸੀ। ਇਹਨਾਂ ਦੀ ਉਹ ਆਰਕੀਓਲੋਜਿਸਟ ਜੋ ਹਨ ਬੜੀ ਬਾਰੀਕੀ ਨਾਲ ਜਾਂਚ ਕਰਦੇ ਹਨ। Okay students, we will continue this chapter in our next video lecture. I hope you have understood this Punjabi explanation. Thanks.